ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੋਰ ਕੋਈ ਇਸ਼ੂ ਰਹਿ ਗਿਆ ਤੁਹਾਡਾ? ਇੱਕ ਜਿਹੜਾ ਮੈਸੇਜ ਫੇਸਬੁੱਕ ਆਇਆ ਮੁਹੰਮਦ ਫੈਸਲ ਮਜੀਦ ਜੀ ਦਾ, ਉਹ ਲਿਖਦੇ ਨੇ, ਡਾਕਟਰ ਸਾਹਿਬ ਆਈ ਐਮ ਗੈਟਿੰਗ ਐਡਿਕਟਡ ਟੂ ਯੋਰ ਵੌਇਸ। It's 5:45 a.m. here in Pakistan and I am watching your program. ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸੋ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਨੂੰ ਰੱਬ ਖੁਸ਼ੀਆਂ ਦੇ। ਸਾਡੇ ਲਈ ਇਹੀ ਸਾਡੀ ਪੂੰਜੀ ਹੈ, ਇਹੀ ਸਾਡਾ ਸਰਮਾਇਆ ਹੈ, ਇਹੀ ਸਾਡਾ ਮਾਣ ਹੈ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਮਜੀਦ ਸਾਹਿਬ, ਸਾਡੇ ਕੋਲ YouTube ਕਮੈਂਟ ਆਇਆ ਹੈ ਬੇਬੀ ਜੂਜ਼ ਨਾਮ ਦੀ ਆਈਡੀ ਤੋਂ। ਇਹ ਲਿਖਦੇ ਹਨ, ਅਜੇ ਦੇਵਗਨ ਦੀ ਆ ਰਹੀ ਅਗਲੀ ਫਿਲਮ ਬੈਟਲ ਆਫ ਸਾਰਾ ਗਾੜੀ ਪਿੱਛੇ ਅਸਲ ਮਨੋਰਥ ਨੂੰ ਜਾਣੇ ਕੁਝ ਨੌਜਵਾਨ ਅਜੇ ਦੇਵਗਨ ਦੀ ਸਿਫਤ ਕਰ ਰਹੇ ਹਨ। ਬਾਲੀਵੁੱਡ ਭਾਰਤ ਦੀ ਇੱਕ ਛੋਟੀ ਜਿਹੀ ਘੱਟ ਗਿਣਤੀ ਲਈ ਉੱਪਰ ਕਿਉਂ ਕੋਈ ਫਿਲਮ ਬਣਾਵੇਗਾ? ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਇਸ ਦਾ ਕਾਰਨ ਪੈਸੇ ਬਣਾਉਣਾ ਨਹੀਂ ਹੈ ਬਲਕਿ ਪ੍ਰੋਪੇਗੈਂਡਾ ਕਰਨਾ ਹੈ। ਇਹਨਾਂ ਦਿਨਾਂ ਵਿੱਚ ਅਸੀਂ ਅਜੇ ਦੇਵਗਨ ਨੂੰ ਭਾਰਤ ਪਾਕਿਸਤਾਨ ਸਥਿਤੀ ਤੇ ਕਮੈਂਟ ਕਰਦੇ ਹਾਂ ਆਮ ਤੌਰ ਤੇ ਟੀਵੀ ਤੇ ਦੇਖ ਸਕਦੇ ਹਾਂ। ਆਮ ਤੌਰ ਤੇ ਇਹ ਸਾਰੇ ਐਕਟਰ ਸਿਆਸਤ ਤੋਂ ਦੂਰ ਰਹਿੰਦੇ ਹਨ। ਇਹਨਾਂ ਨੂੰ ਇੱਕਦਮ ਆਏ ਬਦਲਾਵ ਦੀ ਸਮਝ ਨਹੀਂ ਹੁੰਦੀ ਅਤੇ ਬਹਾ ਦੇ ਵਹਿਣ ਨੂੰ ਸਮਝਣ ਤੋਂ ਅਸਮਰਥ ਹੁੰਦੇ ਹਨ। ਜੀ ਡਾਕਟਰ ਸਾਹਿਬ, ਦੇਖੋ ਬੜਾ ਅਹਿਮ ਇਸ਼ੂ ਇਹਨਾਂ ਨੇ ਲਿਆਂਦਾ ਹੈ ਜੀ। ਜੇ ਅਸੀਂ ਇਵਨ ਅੱਜ ਦੇ ਕੰਟੈਕਸਟ ਵੀ ਦੇਖੀਏ ਵੀ ਔਰ ਪਿਛਲੇ 70 ਸਾਲ ਦੇ ਜਿੰਨਾ ਬਾਲੀਵੁੱਡ ਫਿਲਮ ਇੰਡਸਟਰੀ ਨੇ ਸੈਕੂਲਰਿਜ਼ਮ, ਓਪਨਨੈਸ, ਇਸ ਦੇ ਨਾਂ ਥੱਲੇ ਹਿੰਦੂ ਏਜੰਡਾ ਪ੍ਰੋਪੇਗੇਟ ਕੀਤਾ ਹੈ ਜੀ, ਉਹਨਾਂ ਸ਼ਾਇਦ ਆਰਐਸਐਸ ਨੇ ਤਾਂ ਹੁਣ ਸਿੱਧੇ ਤੌਰ ਤੇ ਪੋਲੀਟੀਕਲ ਪਾਵਰ ਨਾਲ ਕਰ ਰਹੇ ਨੇ ਜਾਂ ਗ੍ਰਾਸ ਰੂਟ ਲੈਵਲ ਹਿੰਦੂਆਂ ਤੇ ਉਹਨਾਂ ਨੇ ਕੀਤਾ, ਦੂਜੇ ਨਹੀਂ ਕਰ ਸਕੇ। ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਫੌਸ਼ਪੁਣਾ ਜਿਹੜਾ ਇਹਨਾਂ ਦੀ ਤਹਿਜ਼ੀਬ ਸੀ ਫॉर ਸੈਂਚਰੀਜ਼ ਉਹਨੂੰ ਪਪੂਲਰ ਕੀਤਾ, ਕਿਉਂਕਿ ਸਿੱਖ ਔਰ ਮੁਸਲਮਾਨ ਇੱਕ ਬੜਾ ਤਹਿਜ਼ੀਬਸ਼ੁਦਾ ਔਰ ਪਰਦਾ, ਜਿਸ ਇਹ ਕੋਈ ਜ਼ਰੂਰੀ ਨਹੀਂ ਪਰਦਾ ਕੋਈ ਨਕਾਬ ਨਾਲ ਹੀ ਜੁੜਿਆ ਹੁੰਦਾ, ਇੱਕ ਹਿਆ ਜਿਹਨੂੰ ਅਸੀਂ ਕਹਿੰਦੇ ਹਾਂ ਜੀ, ਸ਼ਰਮ, ਹਿਆ, ਇੱਕ ਵੈਲਿਊਜ਼ ਔਰਤ ਲਈ, ਮਰਦ ਲਈ ਇੱਕ ਸਿਸਟਮਸ, ਇਹਨਾਂ ਦਾ ਤਾਂ ਇਸ ਕਿਸਮ ਦਾ ਜਿਹੜਾ ਉਹ 1000 ਸਾਲ ਤੋਂ ਰਿਹਾ ਹੀ ਨਹੀਂ। ਜੇ ਮੁਗਲ ਆਏ, ਦੂਜੇ ਆਏ, ਉਹਨਾਂ ਨੂੰ ਖੁਸ਼ ਕਰਨ ਲਈ ਆਪਣੀਆਂ ਧੀਆਂ, ਆਪਣੀਆਂ ਬੱਚੀਆਂ ਜਿਹੜੀਆਂ ਭੈਣਾਂ, ਉਹਨਾਂ ਦੇ ਡੋਲੇ ਦੇ ਦਿੰਦੇ ਰਹੇ, ਉਹਦੇ ਥੱਲੇ ਜ਼ਮੀਨਾਂ ਲੈ ਲਈਆਂ ਜਾਂ ਉਹਨਾਂ ਦਾ ਰਾਜਿਆਂ ਦੇ ਖਿਤਾਬ ਲੈ ਲਏ। ਲੇਕਿਨ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਭਾਰਤ ਮਾਤਾ ਦਾ, ਔਰ ਤੁਸੀਂ ਪੁਰਾਣੀਆਂ ਫਿਲਮਾਂ ਤੋਂ ਲੈ ਕੇ ਦੇਖ ਲਓ, ਗਣੇਸ਼ ਪੂਜਾ ਦੀ ਗੱਲ ਦਾ ਸ਼ੁਰੂ ਹੋਣਾ, ਦੂਸਰਾ ਹੋਣਾ, ਔਰ ਪ੍ਰਭਾਵ ਇਹ ਰਿਹਾ ਵੀ ਯੂਸਫ ਵਰਗਾ ਐਕਟਰ ਦਲੀਪ ਕੁਮਾਰ ਬਣ ਗਿਆ ਜੀ, ਇੱਕ ਮੁਸਲਮਾਨ ਕੁੜੀ ਮੀਨਾ ਕੁਮਾਰੀ। ਹੁਣ ਉਹਨਾਂ ਨੂੰ ਇਹ ਉਦੋਂ ਲੱਗਦਾ ਸੀ ਕਿ ਵੀ ਇਹ ਜੇ ਅਸੀਂ ਆਪਣੇ ਨਾਂ ਰੱਖਾਂਗੇ ਤਾਂ ਸਾਨੂੰ ਐਕਸੈਪਟੇਬਿਲਿਟੀ ਨਹੀਂ ਹੋਣੀ। ਚਲੋ ਹੁਣ ਦੇ ਦੌਰ 'ਚ ਇਹ ਗੱਲ ਟੁੱਟੀ, ਕੋਈ ਆਮਰ ਖਾਨ ਆ ਗਿਆ, ਕੋਈ ਸਲਮਾਨ ਖਾਨ ਆ ਗਿਆ, ਕੋਈ ਸ਼ਾਹਰੁਖ ਖਾਨ ਆ ਗਿਆ। ਲੇਕਿਨ ਕਿਵੇਂ ਇਹਨਾਂ ਨੂੰ ਹੁਣ ਡਿਮੋਨਾਈਜ਼ ਕੀਤਾ ਹੈ ਆਰਐਸਐਸ ਨੇ ਸਿੱਧੇ ਤੌਰ ਤੇ। ਹਾਲਾਂ ਉਹਨਾਂ ਨੇ ਸਾਰਿਆਂ ਨੇ ਉਹ ਹਿੰਦੂਤਵਾਦ ਆਈ, ਉਹ ਟਿੱਕੇ ਵੀ ਲਾਉਂਦੇ ਨੇ, ਘਰਾਂ 'ਚ ਉਹਨਾਂ ਦੇ ਪੂਜਾ ਵੀ ਹੁੰਦੀ ਹੈ, ਦੂਸਰਾ ਵੀ ਹੈ। ਔਰ ਕਿਸ ਹੱਦ ਤੱਕ ਇਹ ਨਫ਼ਰਤ ਚਲੀ ਗਈ ਹੈ। ਔਰ ਮੈਂ ਅਜੇ ਦੇਵਗਨ ਦੀ ਗੱਲ ਕਰਨ ਤੋਂ ਪਹਿਲਾਂ ਹੁਣ ਇੱਕ ਚੰਗਾ ਰੁਝਾਨ ਸੀ, ਚਲੋ ਜੇ ਇਹਨਾਂ ਦੇ ਅਦਾਕਾਰਾਂ ਜਾਂ ਆਰਟਿਸਟਾਂ ਦੇ ਹਵਾਲੇ ਨਾਲ ਕਹਿਣਾ ਹੋਏ ਜੀ, ਪੀਪਲ ਟੂ ਪੀਪਲ ਕੰਟੈਕਟ, ਉਧਰੋਂ ਜਿਹੜੇ ਨੇ ਇਧਰ ਰਾਹਤ ਅਲੀ ਖਾਨ, ਦੂਸਰੇ ਆਉਂਦੇ ਰਹੇ, ਇੱਦਾਂ ਹੀ ਉਹਨਾਂ ਦੀ ਇੱਕ ਦੋ ਐਕਟਰੈਸਿਸ ਜਿਹੜੀਆਂ ਨੇ ਉਹਨਾਂ ਨੇ ਕੰਮ ਸ਼ੁਰੂ ਕੀਤਾ। ਹੁਣ ਇੱਕ ਫਿਲਮ ਜਿਹੜੀ ਕਿ ਦੀਵਾਲੀ ਦੇ ਉੱਤੇ ਰਿਲੀਜ਼ ਹੋ ਰਹੀ ਸੀ ਕਰਨ ਜੌਹਰ ਦੀ, ਇਹ ਦਿਲ ਹੈ ਮੁਸ਼ਕਿਲ, ਹੁਣ ਉਹਦੇ 'ਚ ਇੱਕ ਪਾਕਿਸਤਾਨੀ ਬੱਚੀ ਨੇ ਜਿਹੜਾ ਉਹ ਖਾਨ, ਉਹਨੇ ਕੋਈ ਕਿਰਦਾਰ ਸੀ, ਮੈਨੂੰ ਨਾਂ ਤਾਂ ਨਹੀਂ ਉਹਦਾ ਫਸਟ ਯਾਦ। ਹੁਣ ਜਿਹੜਾ ਭਾਰਤ ਦੇ ਵਿੱਚ ਸਿਨੇਮਾ ਆਨਰਸ ਐਗਜ਼ੀਬਿਟਿੰਗ ਐਸੋਸੀਏਸ਼ਨ ਆਫ ਇੰਡੀਆ, ਉਹਨਾਂ ਨੇ ਉਹ ਧਮਕੀ ਜਿਹੜੀ ਕਿ ਬਾਲ ਠਾਕਰੇ ਦਾ ਜਿਹੜਾ ਭਤੀਜਾ ਹੈ ਰਾਜ ਠਾਕਰੇ, ਮਹਾਰਾਸ਼ਟਰ ਨਿਰਮਾਣ, ਉਹਨੇ ਕਿਹਾ ਜੀ ਅਸੀਂ ਬਿਲਕੁਲ ਉਡਾ ਦੇਵਾਂਗੇ ਤੁਖਮ ਜਿਹੜੇ ਵੀ ਕੋਈ ਪਾਕਿਸਤਾਨੀ ਕਲਾਕਾਰ ਵਾਲੀ ਫਿਲਮ, ਕੋਈ ਮਿਊਜ਼ਿਕ, ਕੋਈ ਡਾਇਰੈਕਟਰ, ਕੋਈ ਟੈਕਨੀਸ਼ੀਅਨ ਵਾਲੀ ਵੀ ਚਲਾਏਗਾ। ਪਾਕਿਸਤਾਨੀ ਐਕਟਰਾਂ ਨੂੰ, ਐਕਟਰੈਸਿਸ ਨੂੰ ਵੀ ਦੌੜਾਤਾ, ਉੱਥੇ ਚਲੇ ਗਏ ਉੱਥੋਂ ਹੀ। ਔਰ ਹੁਣ ਇਹਨਾਂ ਨੇ ਜਿਹੜੀ ਮੈਂ ਐਸੋਸੀਏਸ਼ਨ ਦਾ ਨਾਂ ਲਿਆ ਹੈ, ਇਹਨਾਂ ਨੇ ਜਿਹੜੀ ਫਿਲਮ ਰਿਲੀਜ਼ ਹੋਣੀ ਸੀ ਇਹਦੀ ਕਰਨ ਜੌਹਰ ਦੀ, ਮਹਾਰਾਸ਼ਟਰ, ਗੁਜਰਾਤ, ਕਰਨਾਟਕਾ ਤੇ ਗੋਆ, ਇਸ ਦੇ ਵਿੱਚ ਪੂਰੇ ਤੌਰ ਦੇ ਉੱਤੇ ਪਾਬੰਦੀ ਲੱਗ ਗਈ। ਉਹਨਾਂ ਨੇ ਕਿਹਾ ਜੀ ਅਸੀਂ ਐਗਜ਼ੀਬਿਟ ਬਿਲਕੁਲ ਨਹੀਂ ਕਰਾਂਗੇ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਜੇ ਹੁਣ ਇੱਕ ਪਾਸੇ, ਔਰ ਇਹ ਕੋਈ ਨਵਾਂ ਨਹੀਂ ਹੈ ਕਿ ਵੀ ਇਹਦੇ 'ਚ ਸਾਰਾਗੜੀ ਦੀ ਬੈਟਲ 'ਚੋਂ ਕੀ ਕੱਢਣਗੇ, ਬਾਰਡਰ ਵਰਗੀ ਫਿਲਮ, ਦੂਜੇ ਤੀਜੇ ਉਹ ਸਾਰੇ ਆਰੀਆ ਸਮਾਜੀ, ਧਰਮਿੰਦਰ ਹੇਮਾ ਮਾਲਿਨੀ ਜਿਹੜੀ ਕਿ ਬਿਲਕੁਲ ਉਹਨੇ ਕਿਹਾ ਜੀ ਮੈਂ ਹੱਕ 'ਚ ਨਹੀਂ ਹੈਗੀ ਕਿ ਪਾਕਿਸਤਾਨੀ ਐਕਟਰ ਜਾਂ ਲੋਕ ਇੱਥੇ ਪਰਫਾਰਮ ਕਰਨ। ਸੋ ਜ਼ਾਹਰ ਹੈ ਕਿ ਜਿਹੜੀ 1897 12 ਸਤੰਬਰ ਦੀ ਸਾਰਾਗੜੀ ਦੀ ਲੜਾਈ ਹੈ, ਇਹ ਇੱਕ ਦੁਨੀਆ ਦੇ ਮਿਲਟਰੀ ਹਿਸਟਰੀ ਦੇ ਵਿੱਚ
ਔਰ ਈਵਨ ਯੂਨੈਸਕੋ ਲੈਵਲ ਦਾ ਜਿਹੜਾ ਉਹਨਾਂ ਦੀ ਰੈਕਗਨੀਸ਼ਨ ਹੈ ਉਹਦੇ 'ਚ, ਕਿਉਂਕਿ 21 ਜਿਹੜੇ ਸਿੱਖਾਂ ਨੇ, ਸਿੱਖ ਫੌਜੀਆਂ ਨੇ, ਹਵਾਲਦਾਰ ਸ਼ਾਦੀਸ਼ਰ ਸਿੰਘ ਨਾਂ ਸੀ, ਉਹਨਾਂ ਦੀ ਕਮਾਂਡ 'ਚ ਸਾਰਾਗੜੀ ਨੂੰ ਡਿਫੈਂਡ ਕੀਤਾ ਸੀ। 10,000 ਤੋਂ ਜ਼ਿਆਦਾ ਮੁਲਖਈਆ ਹੈ, ਔਰ ਇਹ ਸਾਰੀ ਬੈਲਟ ਹੈ ਉਹੀ ਅਫਗਾਨਿਸਤਾਨ ਦੀ ਜਿਹੜੀ ਕਿ ਜਿਹਨੂੰ ਖੈਬਰ ਪਖਤੂਨਵਾ ਕਹਿੰਦੇ ਨੇ, ਔਰ ਉਹਦੇ ਜਿਹੜੇ ਪਠਾਨ, ਔਰਕਜ਼ਾਈ, ਅਫਰੀਦੀ ਜਿਹੜੇ ਟਰਾਈਬ, ਜਿਹੜੇ ਬੜੇ ਖੂੰਖਾਰ ਬਹਾਦਰ ਲੋਕ ਨੇ ਜਿਨ੍ਹਾਂ ਨੇ ਸੋਵੀਅਤ ਯੂਨੀਅਨ ਨੂੰ ਉੱਥੋਂ ਦੌੜਾਇਆ, ਹੁਣ ਨੈਟੋ ਦਾ ਜਿਹੜਾ ਬੁਰਾ ਹਾਲ ਕੀਤਾ। ਸੋ ਅੰਗਰੇਜ਼ਾਂ ਨੇ ਸਿੱਖਾਂ ਨੂੰ, ਗੋਰਖਿਆਂ ਨੂੰ, ਈਵਨ ਪੰਜਾਬੀ ਮੁਸਲਮਾਨਾਂ ਨੂੰ ਔਰ ਇਹਨਾਂ ਸਾਰਿਆਂ ਨੂੰ ਉਹਨਾਂ ਨੇ ਵਰਤਿਆ ਮਰਸਨਰੀ ਬਣਾ ਕੇ। ਔਰ ਉਹ ਕਿਉਂਕਿ ਹਿਸਟਰੀ ਤੋਂ ਵਾਕਿਫ ਸਨ ਕਿ ਵੀ ਉਹਨਾਂ ਨੇ ਕਿਵੇਂ ਸਿੱਖਾਂ ਨੇ ਜਨਰਲ ਹਰੀ ਸਿੰਘ ਨਰੂਏ ਦੇ ਥੱਲੇ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਸ ਸਾਰੇ ਇਲਾਕੇ ਨੂੰ ਜਿਹੜਾ ਉਹ ਸਬਡਿਊ ਕੀਤਾ ਸੀ। ਸੋ ਉਹਨਾਂ ਨੇ ਇਸਤੇਮਾਲ ਕੀਤਾ। ਠੀਕ ਹੈ, ਬਹਾਦਰੀ ਬਿਲਟਨ ਹੈ, 21 ਸਿੱਖ ਲੜੇ ਬਹਾਦਰੀ ਨਾਲ, ਅਖੀਰ ਤੱਕ ਹਰ ਇੱਕ ਸ਼ਹੀਦ ਹੋ ਗਿਆ, ਔਰ ਉਹ ਇੱਕ ਸੈਂਟਰਲ ਸਿਗਨਲ ਪੋਸਟ ਸੀ। ਔਰ ਮਰਨ ਵਾਲਾ ਜਿਹੜਾ ਅਖੀਰ ਵਾਲਾ ਵੀ ਸੀ, ਉਹਨੇ ਜਿਹੜਾ ਕਿ ਸਿਗਨਲ ਦੇ ਰਿਹਾ ਸੀ, ਅਖੀਰ 'ਚ ਉਹਨੇ ਆਪਣਾ ਉਹ ਰੱਖ ਕੇ ਉਹਨੇ ਲਾਸਟ ਮੈਸੇਜ ਦਿੱਤਾ ਕਿ ਹੁਣ ਮੈਂ ਬਿਓਨਟ ਚੜਾ ਲਈ ਹੈ ਗਨ ਤੇ, ਮੈਂ ਜਾ ਰਿਹਾ ਤਾਂ ਮੈਂ ਓਵਰ ਹੈ। ਸੋ ਇਹ ਆਪਣੇ ਆਪ 'ਚ ਕਿ ਵੀ ਲਾਸਟ ਟੂ ਦਾ ਲਾਸਟ ਮੈਨ ਉਹ ਲੜੇ, ਮਰੇ, ਔਰ ਲੇਕਿਨ ਉਹਨਾਂ ਨੇ ਜਿਹੜਾ ਉਹ ਗਿਵਨ ਨਹੀਂ ਕੀਤਾ। ਸੋ ਇਹਦੀ ਇੱਕ ਆਪਣੀ ਮਿਲਟ। ਪਰ ਹੁਣ ਜੇ ਬਾਲੀਵੁੱਡ ਫਿਲਮ ਇੰਡਸਟਰੀ ਦੀ ਤੇ ਅਜੈ ਦੇਵਗਨ ਜਿਹੜਾ ਉੱਥੇ ਰੋਜ਼ ਤੁਰਿਆ ਹੁੰਦਾ, ਹੁਣ ਉੱਥੇ ਇੰਡੀਅਨ ਮੀਡੀਆ ਦੇ ਉੱਤੇ ਕਮੈਂਟ ਕਰ ਰਿਹਾ ਹੈ, ਉੜੀ ਦੇ ਉੱਤੇ ਕਰ ਰਿਹਾ ਹੈ, ਕਿਸੇ ਹੋਰ ਤੇ ਕਰ ਰਿਹਾ। ਸੋ ਇਹਨਾਂ ਦਾ ਉਹੀ ਐਂਗਲ ਹੈ ਜਿਹੜਾ ਇਹਨਾਂ ਨੂੰ ਹੁਣ ਲੱਗਦਾ ਹੈ ਕਿ ਵੀ ਸਿੱਖ ਸ਼ਾਇਦ ਇਹ ਨਿਕਲ ਰਹੇ ਨੇ ਸਾਡੇ ਜੂੜੇ 'ਚੋਂ ਜੂਨ 84 ਤੋਂ ਬਾਅਦ। ਤੇ ਪਹਿਲਾਂ ਅੰਗਰੇਜ਼ਾਂ ਨੇ ਸਾਨੂੰ ਮਰਸਨਰੀ ਬਣਾ ਕੇ ਉੱਥੇ ਅਫਗਾਨਿਸਤਾਨ ਦੇ ਵਿੱਚ ਪਠਾਣਾਂ ਦੇ ਅਗੇਂਸਟ ਯੂਜ਼ ਕੀਤਾ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ। ਤੇ ਹੁਣ ਇਹ ਜਿਹੜੇ ਨੇ ਸਮਝਦੇ ਨੇ ਕਿ ਵੀ ਇਹ ਜੇ ਕੋਈ ਸਾਡੇ ਲਈ ਖਲੋਏਗਾ, ਜੇ ਖਲੋਂਦਾ ਸਿੱਖ ਖਲੋਂਦਾ, ਇਹਨਾਂ ਦਾ ਕੰਮ ਸੌਖਾ ਹੋ ਜਾਂਦਾ। ਇੱਕ ਮਲੇਛ ਹੈ, ਇੱਕ ਆਤੰਕਵਾਦੀ ਦਹਿਸ਼ਤਗਰਦ ਹੈ, ਦੋਨੋਂ ਇੱਕ ਦੂਜੇ ਨੂੰ ਮਾਰਨ, ਨਫ਼ਰਤ ਫੈਲੇ। ਔਰ ਇਹ ਬਿਲਕੁਲ ਇਹਨਾਂ ਨੂੰ ਸਾਰਾਗੜੀ 70 ਸਾਲ ਨਾਲ ਯਾਦ ਆਈ, ਓਵਰਨਾਈਟ ਸਾਰਾਗੜੀ ਕਿੱਥੋਂ ਯਾਦ ਆ ਗਈ ਇਹਨਾਂ ਨੂੰ। ਸੋ ਜ਼ਾਹਿਰ ਹੈ ਕਿ ਮਕਸਦ ਜਿਹੜਾ ਹੈ ਇਹਨਾਂ ਦਾ ਉਹ ਇਹੀ ਹੈ ਕਿ ਇਹਨਾਂ ਨੇ ਉਹੀ ਸਿੱਖ ਮੁਸਲਮਾਨ ਜਿਹੜੀ ਭਿੜੰਤ ਕਰਵਾਣੀ ਹੈ, ਔਰ ਉਸ ਦੇ ਲਈ ਉਹ ਮਾਹੌਲ ਤਿਆਰ ਕਰ ਰਹੇ ਨੇ ਇਵੈਂਚੁਅਲੀ। ਔਰ ਇਸ ਨੂੰ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਬੇਮਤਲਬ ਸਾਡੇ ਕਈ ਵਾਰੀ ਜਦੋਂ ਪਤਾ ਹੀ ਬਾਅਦ ਚ ਲੱਗਦਾ ਬਹੁਤਿਆਂ ਨੂੰ ਕਿ ਇਹ ਕੀ ਹੋ ਗਿਆ, ਨਹੀਂ ਤਾਂ ਚੱਕ ਲੋ ਹੋ ਜਾਂਦਾ। ਔਰ ਬਿਲਕੁਲ ਉਹਨਾਂ ਦੀ ਠੀਕ ਐਡਵਾਈਸ ਹੈ ਕਿ ਵੀ ਸ਼ੁੱਡ ਬੀ ਵੈਰੀ ਕੇਅਰਫੁਲ। ਜੀ ਡਾਕਟਰ ਸਾਹਿਬ, ਬਿਲਕੁਲ। ਪ੍ਰੋਗਰਾਮ ਦੇ ਅੰਤਲੇ ਪਲਾਂ ਵਿੱਚ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਦੇਖੋ, ਸਾਡੇ ਬਹੁਤ ਸਾਰੇ ਖਾਸ ਤੌਰ ਤੇ ਕਿਉਂਕਿ ਲੇਟਲੀ ਪਾਕਿਸਤਾਨ ਦੇ ਵੀਰ ਭੈਣਾਂ ਸਾਡੇ ਪ੍ਰੋਗਰਾਮ ਨਾਲ ਜੁੜੇ ਨੇ ਤੇ ਅਕਸਰ ਅਸੀਂ ਬਾਬਾ ਫਰੀਦ ਜੀ ਦਾ ਜ਼ਿਕਰ ਕਰਦੇ ਹਾਂ। ਸੋ ਉਹਨਾਂ ਦੀਆਂ ਲਿਖਤਾਂ ਵੀ ਸਨ, ਇੱਕ ਦੋ ਦੀ ਕਾਲ ਵੀ ਸੀ ਕਿ ਤੁਸੀਂ ਬਾਬਾ ਫਰੀਦ ਜੀ ਦੀ ਬਾਣੀ ਨੂੰ ਵੀ ਜਿਹੜਾ ਸਾਡੇ ਤੱਕ ਪਹੁੰਚਾਓ, ਕਿਉਂਕਿ ਅਸੀਂ ਗੁਰਮੁਖੀ ਪੜ੍ਹ ਨਹੀਂ ਸਕਦੇ। ਹਾਲਾਂਕਿ 4 ਸਾਲ ਪਹਿਲਾਂ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਸ਼ਲੋਕ ਔਰ ਸ਼ਬਦ, ਉਹਨਾਂ ਦੇ ਕੁੱਲ ਗੁਰੂ ਗ੍ਰੰਥ ਸਾਹਿਬ 'ਚ 134 ਸ਼ਬਦ ਨੇ, ਟੋਟਲ 130 ਸ਼ਲੋਕ ਨੇ, 4 ਸ਼ਬਦ ਨੇ। ਔਰ ਅਸੀਂ ਪਹਿਲਾਂ 4 ਸ਼ਬਦ ਔਰ ਮੈਂ ਉਹ ਸਾਰੇ ਸ਼ਲੋਕ ਜਿਹੜੇ ਨੇ ਵਿਚਾਰ ਅਧੀਨ ਵੀ ਲਿਆਵਾਂਗਾ। ਬਾਬਾ ਫਰੀਦ ਜਿਹੜੇ ਨੇ ਇਹ 1173 ਤੋਂ 1265 ਤੱਕ ਹੋਏ ਨੇ। ਬਾਬਾ ਫਰੀਦ ਸ਼ਕਰਗੰਜ ਇਹ ਸੂਫੀ ਕੁਤਬਦੀਨ ਬਖਤਿਆਰ ਕਾਕੀ ਦੇ ਫਾਲੋਅਰ ਸਨ। ਔਰ ਗੁਰੂ ਨਾਨਕ ਸਾਹਿਬ ਉਹਨਾਂ ਦੀ ਗੱਦੀ ਤੇ ਬੈਠੇ ਸ਼ੇਖ ਇਬਰਾਹਿਮ ਨੂੰ ਮਿਲੇ ਪਾਕਪਟਨ ਔਰ ਉਹਨਾਂ ਦੀ ਬਾਣੀ ਲਿਆਂਦੀ। ਪੰਜਾਬ ਦਾ ਜ਼ਿਲ੍ਹਾ ਫਰੀਦਕੋਟ ਬਾਬਾ ਫਰੀਦ ਜੀ ਦੇ ਨਾਂ ਦੇ ਉੱਤੇ ਹੈ, ਔਰ ਉੱਥੇ ਅਜੇ ਵੀ ਹਰ ਸਾਲ ਬਹੁਤ ਵੱਡਾ ਜਿਹੜਾ ਇਕੱਠ ਹੁੰਦਾ ਹੈ ਬਾਬਾ ਫਰੀਦ ਜੀ ਦੀ ਯਾਦ ਨੂੰ ਸਮਰਪਿਤ। ਔਰ ਉਹਨਾਂ ਦੇ ਜਿਹੜੇ ਆਸਾ ਰਾਗ ਦੇ ਵਿੱਚ 2 ਸ਼ਬਦ ਨੇ, 2 ਸੂਹੀ ਰਾਗ 'ਚ ਨੇ। ਮੈਂ ਆਸਾ ਰਾਗ ਦਾ ਇੱਕ ਸ਼ਬਦ ਆ ਚੁਣਿਆ, ਆਸਾ ਸ਼ੇਖ ਫਰੀਦ ਜੀ ਕੀ ਬਾਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨਾ ਧਨ ਜੜੇਂਦੀ ਮਾਓ ਆਏ ਸਫਲ ਸੇ, ਪਰਵਰਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀ ਜੈ ਬੰਦਗੀ। ਜ਼ਾਹਰ ਹੈ ਬੜੀ ਖੂਬਸੂਰਤ ਲਹਿੰਦੀ ਪੰਜਾਬੀ ਕਿ ਭਾਈ ਜਿਨ੍ਹਾਂ ਨੂੰ ਦਿਲੋਂ ਮੁਹੱਬਤ ਹੈ ਨਿਰੰਕਾਰ ਦੇ ਨਾਲ ਉਹੀ ਸੱਚੇ ਨੇ, ਜਿਨ੍ਹਾਂ ਦੇ ਮਨ 'ਚ ਕੁਝ ਹੋਰ ਹੈ, ਮੂੰਹ ਤੇ ਕੁਝ ਹੋਰ ਹੈ, ਉਹ ਕੱਚੇ ਨੇ।
ਔਰ ਜਿਹੜੇ ਇਸ਼ਕ ਰੱਬ ਦੇ ਵਿੱਚ ਰੰਗੇ ਹੋਏ ਨੇ ਔਰ ਉਹਨਾਂ ਦੀ ਕੋਈ ਚਾਹਨ ਹੈ ਰੰਗ ਦੀਦਾਰ ਕੇ ਜੀ ਕਿ ਉਸ ਦਾ ਦੀਦਾਰ ਜਲਵਾ ਦੇਖਣਾ ਹੈ। ਔਰ ਜਿਨ੍ਹਾਂ ਨੂੰ ਰੱਬ ਭੁੱਲ ਜਾਂਦਾ ਹੈ, ਵਿਸਰਿਆ ਜਨ ਨਾਮ ਸੇ ਭੋਏ ਭਾਰ, ਧਰਤੀ ਦੇ ਉੱਤੇ ਭਾਰ ਨੇ। ਔਰ ਜਿਹੜੇ ਉਸ ਦੇ ਲੜ ਲੱਗ ਜਾਂਦੇ ਨੇ, ਦਰ ਤੇ ਖਲੋਤੇ ਨੇ, ਦਰਵੇਸ਼ ਉਹੀ ਨੇ ਜਿਹੜੇ ਰੱਬ ਦੇ ਦਰ ਤੇ ਖਲੋਤੇ ਨੇ, ਤੇ ਉਹਨਾਂ ਦੀਆਂ ਮਾਵਾਂ ਧਨ ਨੇ, ਬਲੈਸਡ ਨੇ, ਜਿਨ੍ਹਾਂ ਨੇ ਇਹੋ ਜਿਹੇ ਬੱਚੇ ਬੱਚੀਆਂ ਜਿਹੜੇ ਕਿ ਰੱਬ ਦੇ ਦਰਵੇਸ਼ ਨੇ ਉਹ ਪੈਦਾ ਕੀਤੇ, ਉਹਨਾਂ ਦਾ ਹੀ ਜੀਵਨ ਸਫਲ ਹੈ। ਔਰ ਫਿਰ ਉਹਨਾਂ ਨੇ ਅੱਲਾਹ ਤਾਲਾ ਨੂੰ ਪਰਵਰਦਗਾਰ, ਤੂੰ ਸਭ ਨੂੰ ਪਾਲਣ ਵਾਲਾ ਹੈ, ਅਪਾਰ, ਤੇਰਾ ਕੋਈ ਅੰਤ ਨਹੀਂ ਹੈ, ਅਗਮ ਕੋਈ ਤੈਨੂੰ ਬਿਆਨ ਨਹੀਂ ਕਰ ਸਕਦਾ, ਬੇਅੰਤ, ਇਨਫਿਨਿਟ। ਔਰ ਜਿਨ੍ਹਾਂ ਨੇ, ਬਾਬਾ ਫਰੀਦ ਕਹਿੰਦੇ ਨੇ, ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਜੀਵਨ ਦੇ ਅੰਦਰ, ਜਿਨ੍ਹਾਂ ਦੇ ਸੱਚ ਆਇਆ, ਚੁੰਮਾ ਪੈਰ ਮੂੰਹ ਮੁਲਤਾਨੀ ਚ ਕਹਿੰਦੇ ਨੇ ਮੈਂ, ਮੂੰਹ ਦਾ ਮਤਲਬ ਮੂੰਹ ਨਹੀਂ ਹੈ ਕਿ ਮੈਂ ਉਹਨਾਂ ਦੇ ਪੈਰਾਂ ਨੂੰ ਚੁੰਮਾ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਹੈ ਮੇਰੇ ਖੁਦਾਵੰਦਾ ਮੈਂ ਤੇਰੀ ਪਨਾਹ ਚ ਹੈ, ਤੂੰ ਬਖਸ਼ ਲੈ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਹੈ ਪਰਵਰਦਗਾਰ ਤੂੰ ਸ਼ੇਖ ਫਰੀਦ ਨੂੰ ਇਹੀ ਖੈਰ ਪਾ ਬੰਦਗੀ ਕਿ ਮੈਂ ਤੇਰੀ ਬੰਦਗੀ ਚ, ਤੇਰੀ ਇਬਾਦਤ ਦੇ ਵਿੱਚ ਹਮੇਸ਼ਾ ਜੁੜਿਆ ਰਵਾਂ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ ਤੇ ਇਸ ਦੇ ਨਾਲ ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।